ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪ ਦੀ ਆਪ ਜੀ ਸਰਵਣ ਕਰ ਰਹੇ ਹੋ। 825 ਅੰਗ ਤੇ ਰਾਗ ਬਿਲਾਵਲ ਹੈ। 104 ਸ਼ਬਦ ਪਿੱਛੇ ਆਪਾਂ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਵਿਚਾਰੇ ਨੇ। 105 ਨੰਬਰ ਸ਼ਬਦ ਰਾਗ ਬਿਲਾਵਲ ਦਾ ਪ੍ਰਾਰੰਭ ਹੋ ਰਿਹਾ ਹੈ। ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਚਰਨਾਂ ਵਿੱਚ ਹਾਜ਼ਰੀਆਂ ਲਵਾਓ, ਰਸਨਾ ਪਵਿੱਤਰ ਕਰੋ। ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਪੂਰੇ ਗੁਰ ਕੀ ਪੂਰੀ ਸੇਵ। ਰਾਗ ਬਿਲਾਵਲ ਹੈ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਪਾਵਨ ਪਵਿੱਤਰ ਸ਼ਬਦ ਹੈ। ਪੂਰੇ ਗੁਰ ਕੀ ਪੂਰੀ ਸੇਵ। ਪੂਰੇ ਗੁਰੂ ਦੀ ਸੇਵਾ ਵੀ ਪੂਰੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬੜਾ ਗਹਿਰਾ ਬਚਨ ਹੈ ਪਾਤਸ਼ਾਹ ਦਾ। ਕੱਚੇ ਪਿੱਲੇ ਅਧੂਰੇ ਗੁਰੂਆਂ ਦੀ ਸੇਵਾ ਵੀ ਅਧੂਰੀ ਹੈ। ਉਹਨਾਂ ਦੀ ਸੇਵਾ ਕਰਨ ਵਾਲਿਆਂ ਦੀ ਕੀ ਦਸ਼ਾ। ਇੱਕ ਵਾਰ ਮਹਾਰਾਜ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਇੱਧਰ ਮਾਲਵੇ ਦੇ ਇਲਾਕੇ 'ਚ, ਜੰਗਲ ਦੇ ਇਲਾਕੇ 'ਚ ਫਿਰ ਰਹੇ ਨੇ। ਸ਼ਿਕਾਰ ਖੇਡਣ ਜਾ ਰਹੇ ਨੇ। ਕੀ ਵੇਖਦੇ ਨੇ, ਰਸਤੇ ਵਿੱਚ ਇੱਕ ਅਜਗਰ ਸੱਪ ਹੈ। ਉਸ ਸੱਪ ਦੇ ਸਰੀਰ ਦੇ ਵਿੱਚ ਜ਼ਖਮ ਨੇ ਔਰ ਉਹਨਾਂ ਜ਼ਖਮਾਂ ਵਿੱਚ ਕੀੜੇ ਪਏ ਹੋਏ। ਉਹ ਕੀੜੇ ਉਹਦਾ ਮਾਸ ਖਾ ਰਹੇ ਨੇ। ਛੇਵੇਂ ਪਾਤਸ਼ਾਹ ਸਾਹਿਬ ਘੋੜੇ ਤੋਂ ਉਤਰੇ, ਉਸ ਸੱਪ ਦੇ ਨੇੜੇ ਗਏ, ਅਜਗਰ ਦੇ। ਉਹਦੇ ਸਿਰ ਨਾਲ ਆਪਣਾ ਚਰਨ ਛੁਆਇਆ। ਉਹ ਸੱਪ ਸਰੀਰ ਛੱਡ ਗਿਆ। ਉਹਦੇ ਵਿੱਚੋਂ ਕੀੜੇ ਕੁਰਬਲ ਕੁਰਬਲ ਕਰਕੇ ਬਾਹਰ ਨਿਕਲੇ। ਸਿੱਖਾਂ ਨੇ ਬੇਨਤੀ ਕੀਤੀ, ਗਰੀਬ ਨਵਾਜ ਇਹ ਕੀ ਖੇਡ ਸੀ। ਸਤਿਗੁਰੂ ਜੀ ਕਹਿਣ ਲੱਗੇ, ਸਿੱਖੋ ਇਹ ਪੂਰਬਲੇ ਜਨਮ ਵਿੱਚ ਇਹ ਜਿਹੜਾ ਸੱਪ ਸੀ, ਇਹ ਕੱਚਾ ਪਿੱਲਾ ਦੰਭੀ ਤੇ ਪਖੰਡੀ ਗੁਰੂ ਸੀ। ਆ ਜਿਹੜੇ ਕੀੜੇ ਨੇ ਇਹਦੇ ਸਰੀਰ 'ਚ ਪਏ ਹੋਏ, ਸਭ ਇਹਦੇ ਚੇਲੇ ਸੀ। ਇਹ ਇਹਨਾਂ ਦੇ ਕੋਲੋਂ ਪੈਸਾ ਲੈ ਲੈ ਕੇ ਪਖੰਡ ਕਰ ਕਰਕੇ ਖਾਂਦਾ ਰਿਹਾ। ਇਹ ਭਾਵਨਾ ਨਾਲ ਇਹਦੀ ਸੇਵਾ ਕਰਦੇ ਰਹੇ ਹੈ, ਮੁਕਤ ਨਹੀਂ ਹੋ ਸਕਿਆ ਆਪ। ਹੁਣ ਉਹ ਆਪਣਾ ਹਿਸਾਬ ਕਿਤਾਬ ਜਿਹੜੇ ਚੇਲੇ ਨੇ ਇਹਦਾ ਮਾਸ ਤਰੋੜ ਤਰੋੜ ਕੇ ਖਾ ਕੇ ਪੂਰਾ ਕਰ ਰਹੇ ਨੇ। ਇਹ ਸਤਿਗੁਰਾਂ ਦੀ ਸਾਖੀ ਵਿੱਚ ਜ਼ਿਕਰ ਆਉਂਦਾ। ਸੰਕੇਤ ਕੀ ਹੈ, ਸਿਧਾਂਤ ਕੀ ਹੈ ਕਿ ਕੱਚੇ ਪਿੱਲੇ ਗੁਰੂਆਂ ਦੇ ਚੇਲਿਆਂ ਦੀ ਦਸ਼ਾ ਇਹ ਹੁੰਦੀ ਹੈ, ਕਿਉਂਕਿ ਕੱਚੇ ਪਿੱਲੇ ਅਧੂਰੇ ਪਖੰਡੀ ਦੰਭੀ ਗੁਰੂ ਇਹ ਸਮਾਜ ਦੇ ਉੱਤੇ ਇੱਕ ਬੜਾ ਵੱਡਾ ਕਲੰਕ ਹੁੰਦੇ ਹੈ। ਉਹਨਾਂ ਦੀ ਸੇਵਾ ਵੀ ਅਧੂਰੀ, ਉਹ ਆਪ ਵੀ ਅਧੂਰੇ। ਉਹਨਾਂ ਦੀ ਸੇਵਾ ਕਰਨ ਵਾਲਿਆਂ ਨੂੰ ਕੋਈ ਲਾਭ ਪ੍ਰਾਪਤ ਨਹੀਂ ਹੋਣਾ, ਕੁਝ ਵੀ ਹਾਸਲ ਨਹੀਂ ਹੋਣਾ। ਪੂਰੇ ਗੁਰੂ ਦੀ ਸੇਵਾ ਵੀ ਪੂਰੀ ਹੈ। ਪੂਰੇ ਗੁਰੂ ਦੀ ਸੇਵਾ ਕੀਤਿਆਂ ਪੂਰਨ ਫਲ ਪ੍ਰਾਪਤ ਹੁੰਦਾ, ਜੀਵਨ ਸਫਲ ਹੋ ਜਾਂਦਾ। ਜਿਸ ਦਿਨ ਮਿਹਰ ਦੇ ਘਰ ਵਿੱਚ ਆਉਂਦੇ ਨੇ ਪੂਰੇ ਗੁਰਦੇਵ, ਆਪਣੇ ਸੇਵਕ ਦੀ ਸੇਵਾ ਵੇਖਦਿਆਂ ਦਇਆ ਦੇ ਘਰ ਵਿੱਚ ਆ ਕੇ ਉਹਦਾ ਲੋਕ ਪਰਲੋਕ ਦੋਵੇਂ ਜਹਾਨ ਸਵਾਰ ਦਿੰਦੇ ਹੈ। ਇਹ ਤਾਕਤ ਕੇਵਲ ਪੂਰੇ ਗੁਰੂ ਦੇ ਪਾਸ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਹੈ, ਪੂਰੇ ਗੁਰ ਕੀ ਪੂਰੀ ਸੇਵ। ਪੂਰੇ ਗੁਰੂ ਦੀ ਸੇਵਾ ਵੀ ਪੂਰੀ ਹੈ। ਆਪੇ ਆਪ ਵਰਤੈ ਸੁਆਮੀ, ਕਾਰਜ ਰਾਸ
ਕੀਆ ਗੁਰਦੇਵ। ਵਾਹਿਗੁਰੂ ਆਪਣੇ ਆਪ ਕਰਕੇ ਹੀ ਸਾਰਿਆਂ ਵਿੱਚ ਵਰਤ ਰਿਹਾ, ਉਹ ਆਪੇ ਆਪ ਹੀ ਵਰਤ ਰਿਹਾ। ਆਪੇ ਆਪ ਵਰਤੈ ਸੁਆਮੀ, ਆਪੇ ਆਪ ਹੀ ਵਰਤ ਰਿਹਾ ਉਹ ਸੁਆਮੀ। ਕਾਰਜ ਰਾਸ ਕੀਆ ਗੁਰਦੇਵ। ਮੇਰੇ ਗੁਰਦੇਵ ਨੇ ਮੇਰੇ ਜੀਵਨ ਦਾ ਇਹ ਕਾਰਜ ਸਫਲ ਕਰ ਦਿੱਤਾ, ਯਾਨੀ ਕਿ ਮੇਰਾ ਇਹ ਜੀਵਨ ਮੇਰੇ ਗੁਰੂ ਨੇ ਸਵਾਰ ਦਿੱਤਾ ਹੈ। ਸਾਡਾ ਸਾਰਿਆਂ ਦਾ ਕੰਮ ਕੀ ਹੈ? ਆਪਣੇ ਇਸ ਜੀਵਨ ਨੂੰ ਸਫਲ ਕਰਨਾ। ਜਦੋਂ ਪੂਰੇ ਗੁਰੂ ਦੀ ਸੇਵਾ ਕੀਤੀ ਤਾਂ ਪੂਰੇ ਗੁਰੂ ਨੇ ਇਹ ਫਲ ਦਿੱਤਾ ਕਿ ਸਾਡਾ ਇਹ ਮਨੁੱਖੀ ਜੀਵਨ ਰੂਪੀ ਕਾਰਜ ਜਿਹੜਾ ਸੀ, ਉਹ ਕਾਰਜ ਸਤਿਗੁਰਾਂ ਨੇ ਰਾਸ ਕਰ ਦਿੱਤਾ, ਉਹ ਕਾਰਜ ਸਵਾਰ ਦਿੱਤਾ। ਰਹਾਉ ਆਦ ਮਧ ਪ੍ਰਭ ਅੰਤ ਸੁਆਮੀ, ਆਪਣਾ ਥਾਟ ਬਣਾਇਓ ਆਪ। ਸੰਸਾਰ ਦੇ ਆਦ ਮਧ, ਆਦ ਯਾਨੀ ਕਿ ਪ੍ਰਾਰੰਭ ਵਿੱਚ ਵੀ ਉਹ ਆਪ ਸੀ, ਮੱਧ ਭਾਗ ਦੇ ਵਿੱਚ ਹੁਣ ਵੀ ਉਹ ਆਪ ਹੈ, ਔਰ ਇਹ ਸੰਸਾਰ ਦੇ ਅੰਤ ਵਿੱਚ ਵੀ ਉਹ ਪ੍ਰਭੂ ਆਪ ਹੈ। ਆਦ ਮੱਧ ਅੰਤ ਤਿੰਨਾਂ ਕਾਲਾਂ ਵਿੱਚ ਹੈ। ਉਹਨੇ ਆ ਜਿਹੜਾ ਸਾਰਾ ਥਾਟ ਹੈ ਸੰਸਾਰ ਦਾ, ਉਹਨੇ ਆਪਣੇ ਆਪ ਤੋਂ ਬਣਾਇਆ ਤੇ ਇਸ ਥਾਟ ਨੂੰ ਬਣਾ ਕੇ ਇਹਦੇ ਵਿੱਚ ਰਹਿ ਰਿਹਾ, ਇਹਦੇ ਵਿੱਚ ਵਰਤ ਰਿਹਾ। ਇਹ ਉਹਦਾ ਥਾਟ ਹੈ, ਪਰਮੇਸ਼ਰ ਦਾ ਠਾਠ। ਇਹ ਜਿਤਨਾ ਵੀ ਸੰਸਾਰ ਹੈ, ਇਹ ਜਿਤਨਾ ਵੀ ਬ੍ਰਹਿਮੰਡ ਹੈ, ਇਹ ਪਾਰ ਬ੍ਰਹਮ ਪਰਮੇਸ਼ਰ ਨੇ ਆਪਣਾ ਠਾਠ ਬਣਾਇਆ, ਆਪਣੀ ਠਾਹਰ ਬਣਾ ਲਈ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪਰਮੇਸ਼ਰ ਸਰਵ ਵਿਆਪੀ ਹੈ, ਪਰ ਉਹਨੇ ਇੱਕ ਆਪਣੀ ਠਾਹਰ ਬਣਾ ਲਈ ਹੈ। ਠਾਹਰ ਜਿੱਥੇ ਬਣਾਈ ਹੈ, ਉਹ ਇਹ ਪੂਰਾ ਸੰਸਾਰ ਹੈ, ਪੂਰਾ ਬ੍ਰਹਿਮੰਡ ਹੈ। ਇਹ ਉਹਨੇ ਆਪਣੇ ਆਪ ਤੋਂ ਰਚ ਕੇ ਫਿਰ ਇਹਦੇ 'ਚ ਆਪਣਾ ਨਿਵਾਸ ਕਰ ਲਿਆ, ਆਪਣੀ ਠਾਹਰ ਬਣਾ ਲਈ ਹੈ। ਉਹ ਐਸਾ ਸਮਰੱਥ ਦੇਵ ਹੈ। ਆਪਣੇ ਸੇਵਕ ਕੀ ਆਪੇ ਰਾਖੈ, ਪ੍ਰਭ ਮੇਰੇ ਕੋ ਬੜ ਪ੍ਰਤਾਪ। ਆਪਣਿਆਂ ਸੇਵਕਾਂ ਦੀ ਵਾਹਿਗੁਰੂ ਜੀ ਆਪ ਕਿਰਪਾ ਕਰਕੇ ਰੱਖਦੇ ਐ। ਆਪਣਿਆਂ ਸੇਵਕਾਂ ਦੀ ਪੈਜ, ਆਪਣਿਆਂ ਸੇਵਕਾਂ ਦੀ ਪੱਤ ਪ੍ਰਭੂ ਜੀ ਆਪ ਰੱਖਦੇ ਐ। ਪ੍ਰਭ ਮੇਰੇ ਕੋ ਵਡ ਪ੍ਰਤਾਪ। ਮੇਰੇ ਪ੍ਰਭੂ ਦਾ ਪ੍ਰਤਾਪ ਬੜਾ ਵੱਡਾ ਜੇ, ਉਹ ਵੱਡੇ ਪ੍ਰਤਾਪ ਦਾ ਮਾਲਕ ਹੈ। ਮੇਰੇ ਪ੍ਰਭੂ ਦਾ ਵੱਡਾ ਤੇਜ ਹੈ, ਵੱਡਾ ਜਲਾਲ ਹੈ। ਤੇ ਆਪਣਾ ਥਾਟ ਰਚ ਕੇ ਵਾਹਿਗੁਰੂ ਆਪਣਿਆਂ ਸੇਵਕਾਂ ਦੀ, ਆਪਣਿਆਂ ਜਨਾਂ ਦੀ ਆਪ ਪੈਜ ਰੱਖਦਾ। ਇਸ ਕਰਕੇ ਕਹਿੰਦੇ ਮੇਰੇ ਪ੍ਰਭੂ ਦਾ ਇਹ ਵੱਡਾ ਪ੍ਰਤਾਪ ਹੈ। ਪਾਰ ਬ੍ਰਹਮ ਪਰਮੇਸ਼ਰ ਸਤਿਗੁਰ, ਬਸ ਕੀਨੇ ਜਿਨ ਸਗਲੇ ਜੰਤ। ਉਹ ਪਾਰ ਬ੍ਰਹਮ ਪਰਮੇਸ਼ਰ ਸੱਚ ਹੈ। ਪਾਰ ਬ੍ਰਹਮ ਪਰਮੇਸ਼ਰ ਸਤਿਗੁਰ, ਸਤਿਗੁਰੂ ਜੀ ਵੀ ਉਸੇ ਦਾ ਸਰੂਪ ਨੇ। ਤੋ ਮੇਰੇ ਪਾਰ ਬ੍ਰਹਮ ਪਰਮੇਸ਼ਰ ਸਤਿਗੁਰੂ ਜੀ ਨੇ ਸੰਸਾਰ ਦੇ ਜਿਤਨੇ ਵੀ ਜੰਤ ਨੇ, ਇਹ ਸਭ ਆਪਣੇ ਵਸ ਕੀਤੇ ਹੋਏ ਹੈ। ਵਸ ਕੀਨੇ ਜਿਨ ਸਗਲੇ ਜੰਤ। ਜਿਤਨੇ ਵੀ ਜੰਤ ਨੇ ਸੰਸਾਰ ਦੇ, ਇਹ ਵਾਹਿਗੁਰੂ ਜੀ ਨੇ ਆਪਣੇ ਵਸ ਕੀਤੇ ਹੋਏ ਆ, ਅਕਾਲ ਪੁਰਖ ਜੀ ਨੇ ਆਪਣੇ ਵਸ ਕੀਤੇ ਹੋਏ। ਸਭ ਉਸੇ ਦੇ ਵਸ ਨੇ, ਸਭ ਉਸੇ ਦੇ ਅਧੀਨ ਨੇ। ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ, ਅਬਚਲ ਨਗਰ, ਨਾਂਦੇੜ ਵਿਖੇ ਜਗਤ ਮਾਤਾ ਖਾਲਸੇ ਪੰਥ ਦੇ ਪੂਜਨੀਕ ਮਾਤਾ, ਮਾਤਾ ਸਾਹਿਬ ਦੇਵਾਂ ਜੀ ਦਾ ਤਪ ਸਥਾਨ ਹੈ। ਗੁਰਦੁਆਰਾ ਮਾਤਾ ਸਾਹਿਬ ਦੇਵਾਂ ਜੀ, ਗੋਦਾਵਰੀ ਦੇ ਕੰਢੇ। ਇਸ ਅਸਥਾਨ ਤੇ ਜਿਨ੍ਹਾਂ ਮਹਾਂਪੁਰਸ਼ਾਂ ਨੇ ਇਸ ਅਸਥਾਨ ਦੀ ਸੇਵਾ ਕੀਤੀ, ਪਹਿਲਾਂ ਛੱਪਰ ਸੀ, ਇੱਥੇ ਸਥਾਨ ਬਣਾਇਆ। ਉਹਨਾਂ ਮਹਾਂਪੁਰਸ਼ਾਂ ਦਾ ਨਾਮ ਸੀ ਬਾਬਾ ਮਿੱਤ ਸਿੰਘ ਜੀ। ਮਹਾਨ ਤਪਸਵੀ, ਮਹਾਨ ਵਿਰਕਤ ਮਹਾਂਪੁਰਸ਼ ਸਨ।
ਸਾਰਾ ਦਿਨ ਗੁਰਸਿੱਖਾਂ ਨੂੰ, ਬੱਚਿਆਂ ਨੂੰ ਗੁਰਬਾਣੀ ਪੜ੍ਹਾਉਂਦੇ। ਰੇਤ 'ਚ ਬਹਿ ਜਾਣਾ, ਸਰਬਲੋਹ ਦੇ ਬਾਟੇ ਮਾਂਜੀ ਜਾਣੇ। ਸੰਥਿਆ ਕਰਨ ਵਾਲੇ ਬੱਚਿਆਂ ਨੂੰ ਉੱਚੇ ਥਾਂ ਤੇ ਬਿਠਾ ਦੇਣਾ, ਉਹਨਾਂ ਸੰਥਿਆ ਕਰੀ ਜਾਣੀ। ਜਿੱਥੇ ਕੋਈ ਦੱਸਣ ਦੀ ਲੋੜ ਪੈਣੀ, ਬਾਟੇ ਮੰਗਦਿਆਂ ਮਾਂਜਦਿਆਂ ਦੱਸੀ ਜਾਣਾ। ਕਦੇ ਕਿਸੇ ਵਿਦਿਆਰਥੀ ਨੂੰ ਇਹ ਨਹੀਂ ਸੀ ਕਹਿੰਦੇ ਕਿ ਹੁਣ ਤੂੰ ਬਸ ਕਰ। ਉਹ ਆਪ ਜਿੰਨੀ ਮਰਜ਼ੀ, ਜਿਤਨੀ ਬਾਣੀ ਪੜ੍ਹ ਕੇ ਸੰਥਿਆ ਕਰ ਸਕਦਾ ਸੀ, ਕਰ ਲੈਂਦਾ ਸੀ। ਬੜੇ ਬੜੇ ਮਹਾਂਪੁਰਸ਼ਾਂ ਨੇ ਬਾਬਾ ਮਿੱਤ ਸਿੰਘ ਸਾਹਿਬ ਜੀ ਦੇ ਪਾਸ ਵਿੱਦਿਆ ਗ੍ਰਹਿਣ ਕੀਤੀ, ਉਹਨਾਂ ਦੇ ਪਾਸ ਰਹੇ। ਬਾਬਾ ਦਇਆ ਸਿੰਘ ਜੀ, ਸੁਰ ਸਿੰਘ ਵਾਲੇ ਮਹਾਂਪੁਰਸ਼, ਸੰਤ ਗਿਆਨੀ ਗੁਰਬਚਨ ਸਿੰਘ ਜੀ ਜੈਸੇ ਮਹਾਂਪੁਰਸ਼ ਬਾਬਾ ਮਿੱਤ ਸਿੰਘ ਸਾਹਿਬ ਜੀ ਦੀ ਸੰਗਤ ਵਿੱਚ ਰਹੇ ਨੇ। ਇਹੋ ਜਿਹੇ ਮਹਾਂਪੁਰਸ਼ ਤੁਰੀਆ ਪਦ 'ਚ ਪਹੁੰਚੇ ਹੋਏ। ਉੱਥੇ ਜਦੋਂ ਵਿਦਿਆਰਥੀ ਉਹਨਾਂ ਦੇ ਪਾਸ ਪੜ੍ਹਿਆ ਕਰਦੇ ਸਨ, ਤੇ ਜੇ ਗੁਰੂ ਘਰ ਵਿੱਚ ਮਾਤਾ ਜੀ ਦੇ ਤਪ ਅਸਥਾਨ ਦੇ ਉੱਤੇ ਕੋਈ ਸੇਵਾ ਹੋਣੀ, ਤੇ ਕਿਸੇ ਨੂੰ ਨਹੀਂ ਸੀ ਕਹਿੰਦੇ ਭਾਈ ਇਹ ਤੂੰ ਕਰ। ਜੇ ਪਾਣੀ ਦੀ ਮੰਨ ਲਓ ਗਾਗਰ ਖਾਲੀ ਪਈ ਹੈ, ਤੇ ਬਾਬਾ ਜੀ ਨੇ ਆਪ ਗਾਗਰ ਚੁੱਕਣੀ, ਪਾਣੀ ਭਰਨ ਜਾਣਾ, ਤੇ ਮੁੜ ਕੇ ਵਿਦਿਆਰਥੀਆਂ ਨੇ ਭੱਜ ਕੇ ਆਉਣਾ, ਨਾ ਬਾਬਾ ਜੀ ਅਸੀਂ ਲਿਆਉਂਦੇ। ਕਿਤੇ ਝਾੜੂ ਦੀ ਲੋੜ ਹੋਣੀ, ਕਿਸੇ ਵਿਦਿਆਰਥੀ ਨੂੰ ਨਾ ਕਹਿੰਦੇ ਵੀ ਤੂੰ ਭਾਈ ਝਾੜੂ ਫੇਰ, ਆਪ ਫੇਰਨਾ ਸ਼ੁਰੂ ਕਰ ਦੇਣਾ, ਤੇ ਵਿਦਿਆਰਥੀਆਂ ਨੇ ਭੱਜ ਕੇ ਝਾੜੂ ਫੜਨਾ, ਮਹਾਰਾਜ ਜੀ ਅਸੀਂ ਸੇਵਾ ਕਰਦੇ। ਇਹੋ ਜਿਹੇ ਮਹਾਂਪੁਰਸ਼। ਇੱਕ ਵਾਰ ਉਹਨਾਂ ਦੇ ਪਾਸ ਜੰਗਲ ਵਿੱਚੋਂ ਇੱਕ ਬਾਂਦਰ ਆਇਆ, ਬੜਾ ਚੰਚਲ। ਉਹ ਸੱਜੇ ਖੱਬੇ ਭੱਜਿਆ ਫਿਰੇ। ਸਿੰਘ ਕਹਿਣ ਲੱਗੇ ਬਾਬਾ ਜੀ ਵੀ ਇਹ ਖਰਾਬੀਆਂ ਕਰ ਰਿਹਾ, ਖੂੰਖਾਰ ਹੋਇਆ ਫਿਰਦਾ, ਵੀ ਇਹਨੂੰ ਪਕੜੀਏ, ਵੀ ਜਾਂ ਇਹਨੂੰ ਮਾਰੀਏ। ਬਾਬਾ ਜੀ ਕਹਿੰਦੇ ਭਾਈ ਮਾਰਨਾ ਨਹੀਂ, ਇਹਨੂੰ ਫੜ ਲਵੋ ਜੇ ਫੜ ਸਕਦੇ ਹੋ। ਹੁਣ ਉਹ ਵਾਨਰ ਹੈ, ਭੱਜਿਆ ਫਿਰੇ ਸੱਜੇ ਖੱਬੇ। ਜਦੋਂ ਕਿਸੇ ਸਿੰਘ ਦੇ ਕਾਬੂ ਨਾ ਆਇਆ ਤਾਂ ਬਾਬਾ ਜੀ ਪ੍ਰਸ਼ਾਦਾ ਛਕ ਰਹੇ ਸਨ। ਆਪਣੇ ਪ੍ਰਸ਼ਾਦੇ ਚੋਂ ਇੱਕ ਪ੍ਰਸ਼ਾਦਾ ਉਹਦੇ ਵੱਲ ਕੀਤਾ ਤੇ ਕਹਿੰਦੇ ਆ ਉਰੇ, ਇਹ ਛਕ ਲੈ। ਉਹ ਬਾਂਦਰ ਜਿਹੜਾ ਕਿਸੇ ਦੇ ਕੋਲੋਂ ਕਾਬੂ ਨਹੀਂ ਸੀ ਆਉਂਦਾ, ਬਾਬਾ ਜੀ ਦਾ ਇਸ਼ਾਰਾ ਵੇਖ ਕੇ ਕੋਲ ਆਇਆ। ਉਹਨੇ ਪ੍ਰਸ਼ਾਦਾ ਛਕਿਆ ਤੇ ਸ਼ਾਂਤ ਹੋ ਕੇ ਬਹਿ ਗਿਆ। ਬਾਬਾ ਜੀ ਕਹਿੰਦੇ ਹੁਣ ਇਹਦੇ ਗਲ 'ਚ ਸੰਗਲੀ ਪਾ ਲਓ ਤੇ ਬੰਨ੍ਹ ਲਓ। ਸੰਗਲੀ ਪਾ ਕੇ ਉਸ ਬਾਂਦਰ ਨੂੰ ਬੰਨ੍ਹ ਲਿਆ। ਬਾਬਾ ਜੀ ਦੇ ਪ੍ਰਸ਼ਾਦੇ ਦੀ ਕਲਾ, ਜਾਂ ਕਹਿ ਲਈਏ ਮਹਾਂਪੁਰਸ਼ਾਂ ਸਾਧੂਆਂ ਦੀ ਕਰੁਣਾ, ਉਹ ਕਾਫੀ ਸਮੇਂ ਤੱਕ ਬਾਨਰ ਉੱਥੇ ਰਿਹਾ। ਜਦੋਂ ਕੋਈ ਗੁਰਸਿੱਖ ਆਇਆ ਕਰੇ, ਨਾਮ ਅਭਿਆਸੀ, ਬਾਣੀ ਪੜ੍ਹਨ ਵਾਲਾ, ਅੰਮ੍ਰਿਤਧਾਰੀ, ਤਾਂ ਉਹ ਹੱਥ ਜੋੜ ਕੇ ਉਹਨੂੰ ਪ੍ਰਣਾਮ ਕਰਿਆ ਕਰੇ। ਜਦੋਂ ਕੋਈ ਮਾਨਮੁਖ ਸਾਖਤ ਆਇਆ ਕਰੇ ਤੇ ਭੱਜ ਭੱਜ ਕੇ ਉਹਨਾਂ ਨੂੰ ਮਾਰਨ ਪੈਂਦਾ ਸੀ। ਮੈਂ ਇਹ ਸੰਕੇਤ, ਇਹ ਸਾਖੀ ਮਹਾਂਪੁਰਸ਼ਾਂ ਦੇ ਜੀਵਨ ਦੀ ਤਾਂ ਸੁਣਾਈ ਹੈ ਕਿ ਰੱਬ ਦੇ ਪਿਆਰੇ ਵੀ ਇਹੋ ਜਿਹੇ ਜੀਵਾਂ ਨੂੰ ਆਪਣੇ ਵੱਸ ਕਰ ਲੈਂਦੇ ਹੈ। ਕਈ ਘਟਨਾਵਾਂ ਉਹਨਾਂ ਦੇ ਜੀਵਨ ਦੀਆਂ ਐਸੀਆਂ ਮਿਲਦੀਆਂ। ਤੋ ਪਾਰ ਬ੍ਰਹਮ ਪਰਮੇਸ਼ਰ ਤਾਂ ਸਰਬ ਕਲਾ ਸਮਰੱਥ ਦੇਵ ਹੈ, ਉਹਦੇ ਵੱਸ ਵਿੱਚ ਤਾਂ ਸਾਰੇ ਜੀ ਜੰਤ ਰਹਿਣੇ ਹੀ ਹੈ। ਇੱਥੇ ਮਹਾਰਾਜ ਜੀ ਕਹਿ ਰਹੇ ਨੇ, ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਸੰਸਾਰ ਦੇ ਸਮਸਤ ਜੀਵਾਂ ਨੂੰ ਆਪਣੇ ਵੱਸ ਕਰਕੇ ਰੱਖਦਾ ਹੈ। ਹਰ ਸ਼ੈ ਉਸ ਅਕਾਲ ਪੁਰਖ ਪਰਮੇਸ਼ਰ ਦੇ ਵੱਸ ਵਿੱਚ ਹੈ। ਚਰਨ ਕਮਲ ਨਾਨਕ ਸਰਣਾਈ, RAM ਨਾਮ ਜਪ ਨਿਰਮਲ ਮਨ ਤੋ। ਕਹਿੰਦੇ ਮੈਂ ਐਸੇ ਪ੍ਰਭੂ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਕਮਲਾਂ ਦੀ ਸ਼ਰਨ ਵਿੱਚ ਹਾਂ, ਔਰ ਉਸ ਦੇ ਨਿਰਮਲ RAM ਨਾਮ ਰੂਪੀ ਮੰਤਰ ਨੂੰ ਜਪ ਕੇ ਮੈਂ ਨਿਰਮਲ ਹੋ ਗਿਆ, ਪਵਿੱਤਰ ਹੋ ਗਿਆ, ਸ਼ੁੱਧ ਹੋ ਗਿਆ। ਪ੍ਰਭੂ ਦੀ ਸ਼ਰਨ 'ਚ ਪੈ ਕੇ ਉਹਦਾ ਨਾਮ ਜਪ ਕੇ ਮੈਂ ਨਿਰਮਲ ਤੇ ਪਵਿੱਤਰ ਹੋ ਗਿਆ ਹਾਂ। ਬਿਲਾਵਲ ਮਹੱਲਾ ਪੰਜਵਾ, ਤਾਪ ਪਾਪ ਤੇ ਰਾਖੇ ਆਪ। ਰਾਗ ਬਿਲਾਵਲ 'ਚ ਸਾਹਿਬ ਪੰਜਵੇਂ ਪਾਤਸ਼ਾਹ ਫਰਮਾਉਂਦੇ ਹਨ ਕਿ ਮੇਰੇ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਨੇ ਮੈਨੂੰ ਤਾਪਾਂ ਤੇ ਪਾਪਾਂ ਤੋਂ ਬਚਾ ਲਿਆ। ਤਾਪ ਕਈ ਪ੍ਰਕਾਰ ਦੇ ਹਨ।
ਪਾਪ, ਇਹਨਾਂ ਪਾਪਾਂ ਤੋਂ ਵਾਹਿਗੁਰੂ ਜੀ ਨੇ ਮੇਰੇ ਤੇ ਤਰਸ ਕਰਕੇ ਮੈਨੂੰ ਰੱਖ ਲਿਆ, ਬਚਾ ਲਿਆ ਹੈ। ਸੀਤਲ ਭਏ ਗੁਰ ਚਰਣੀ ਲਾਗੇ, RAM ਨਾਮ ਹਿਰਦੇ ਮਹਿ ਜਾਪ। ਕਹਿੰਦੇ ਹਿਰਦਾ ਸ਼ੀਤਲ ਹੋ ਗਿਆ, ਸ਼ੀਤਲ ਭਏ ਗੁਰ ਚਰਨੀ ਲਾਗੇ, ਗੁਰੂ ਦੇ ਚਰਨਾਂ ਨਾਲ ਲੱਗ ਕੇ ਹਿਰਦਾ ਸ਼ੀਤਲ ਹੋ ਗਿਆ। RAM ਨਾਮ ਹਿਰਦੇ ਮਹਿ ਜਾਪ, RAM ਦਾ ਅੰਮ੍ਰਿਤ ਨਾਮ ਮੈਂ ਆਪਣੇ ਹਿਰਦੇ ਵਿੱਚੋਂ ਜਪਦਾ ਹਾਂ, ਆਪਣੇ ਹਿਰਦੇ ਵਿੱਚੋਂ ਆਰਾਧਦਾ ਹਾਂ। ਰਹਾਉ ਕਰ ਕਿਰਪਾ ਹਸਤ ਪ੍ਰਭ ਦੀਨੇ, ਜਗਤ ਉਧਾਰਨ ਨਵ ਖੰਡ ਪ੍ਰਤਾਪ। ਕਹਿੰਦੇ ਕਿਰਪਾ ਕਰਕੇ ਮੇਰੇ ਪ੍ਰਭੂ ਨੇ, ਮਾਲਕ ਨੇ ਰਹਿਮਤ ਕਰਕੇ, ਕਰ ਕਿਰਪਾ ਹਸਤ ਪ੍ਰਭ ਦੀਨੇ। ਹਸਤ ਕਹਿੰਦੇ ਨੇ ਹੱਥ ਨੂੰ, ਆਪਣਾ ਹੱਥ ਦਿੱਤਾ ਸਾਨੂੰ ਮਹਾਰਾਜ ਜੀ ਨੇ, ਆਪਣੇ ਹੱਥ ਦਾ ਆਸਰਾ ਦਿੱਤਾ ਹੈ, ਔਰ ਆਪਣੇ ਹੱਥ ਦਾ ਆਸਰਾ ਦੇ ਕੇ ਜਗਤ ਉਧਾਰ ਨਵ ਖੰਡ ਪ੍ਰਤਾਪ, ਸਾਨੂੰ ਇਸ ਜਗਤ ਤੋਂ ਉਧਾਰ ਲਿਆ। ਕਿਸ ਰੱਬ ਨੇ, ਕਿਸ ਵਾਹਿਗੁਰੂ ਨੇ? ਜਿਹਦਾ 9 ਖੰਡਾਂ ਵਿੱਚ ਪ੍ਰਤਾਪ ਹੈ, ਜਿਹਦਾ 9 ਖੰਡਾਂ ਦੇ ਵਿੱਚ ਜਲਾਲ ਹੈ। ਐਸੇ ਪ੍ਰਭੂ ਨੇ, ਵਾਹਿਗੁਰੂ ਨੇ, ਪਰਮੇਸ਼ਰ ਨੇ ਸਾਡੇ ਤੇ ਕਿਰਪਾ ਕਰਕੇ ਸਾਨੂੰ ਹੱਥ ਦੇ ਕੇ ਇਸ ਜਗਤ ਤੋਂ, ਸੰਸਾਰ ਤੋਂ ਉਧਾਰ ਲਿਆ ਹੈ। ਦੁੱਖ ਬਿਨ ਸੇ ਸੁਖ ਆਨੰਦ ਪ੍ਰਵੇਸਾ, ਤ੍ਰਿਸ਼ਨ ਬੁਝੀ ਮਨ ਤਨ ਸਚ ਧਰਾਪ। ਦੁੱਖ ਬਿਨਸ ਗਏ ਨੇ, ਸੁਖ ਤੇ ਆਨੰਦ ਵਿੱਚ ਸਾਡਾ ਪ੍ਰਵੇਸ਼ ਹੋ ਗਿਆ। ਦੁੱਖ ਬਿਨਸ ਗਏ ਨੇ, ਸੁਖ ਤੇ ਆਨੰਦ ਵਿੱਚ ਪ੍ਰਵੇਸ਼ ਹੋ ਗਿਆ। ਤ੍ਰਿਸ਼ਨ ਬੁਝੀ ਮਨ ਤਨ ਸਚ ਧਰਾਪ, ਸਾਡੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝ ਗਈ ਹੈ। ਮਨ ਤੇ ਤਨ ਸੱਚੇ ਅੰਮ੍ਰਿਤ ਨਾਮ ਨਾਲ ਧਰਾਪ ਕਹੀਏ ਰੱਜ ਗਿਆ, ਤ੍ਰਿਪਤ ਹੋ ਗਿਆ, ਸੰਤੋਖ ਸਹਿਤ ਹੋ ਗਿਆ। ਅਨਾਥ ਕੋ ਨਾਥ ਸਰਨ ਸਮਰੱਥਾ, ਸਗਲ ਸ੍ਰਿਸ਼ਟ ਕੋ ਮਾਈ ਬਾਪ। ਉਹ ਵਾਹਿਗੁਰੂ ਅਨਾਥਾਂ ਦਾ ਨਾਥ ਹੈ, ਮੈਂ ਉਹਦੀ ਸ਼ਰਨ ਵਿੱਚ ਹਾਂ। ਉਹ ਸਮਰੱਥ ਹੈ, ਉਹ ਸਾਰੀ ਸ੍ਰਿਸ਼ਟੀ ਦਾ ਮਾਈ ਬਾਪ ਹੈ, ਸਾਰੇ ਸੰਸਾਰ ਦਾ ਮਾਈ ਬਾਪ ਹੈ, ਸਭ ਨੂੰ ਪਾਲਣ ਵਾਲਾ ਹੈ, ਸਭਨਾ ਕਾ ਮਾਂ ਪਿਓ ਆਪ ਹੈ। ਉਹ ਸਾਰਿਆਂ ਦਾ ਮਾਂ ਬਾਪ ਹੈ, ਪਾਲਣ ਵਾਲਾ ਹੈ। ਭਗਤ ਬਛਲ ਭੈ ਭੰਜਨ ਸੁਆਮੀ, ਗੁਣ ਗਾਵਤ ਨਾਨਕ ਆਲਾਪ। ਮੇਰਾ ਉਹ ਵਾਹਿਗੁਰੂ ਭਗਤ ਵਛਲ ਹੈ, ਭਗਤਾਂ ਨਾਲ ਪਿਆਰ ਕਰਦਾ, ਆਪਣੇ ਪਿਆਰਿਆਂ ਦੇ ਭੈ ਦੂਰ ਕਰਨ ਵਾਲਾ ਸੁਆਮੀ ਹੈ। ਮੈਂ ਉਹਦੇ ਗੁਣਾਂ ਨੂੰ ਗਾਇਨ ਕਰਦਾ। ਮਹਾਰਾਜ ਜੀ ਕਹਿੰਦੇ ਰਾਗ ਵਿੱਚ ਅਲਾਪ ਕੇ, ਗੁਣ ਗਾਵਤ, ਗੁਣ ਗਾਵਤ ਨਾਨਕ ਆਲਾਪ। ਰਾਗੀ ਸਿੰਘ ਆਲਾਪ ਲੈਂਦੇ ਆ ਨਾ ਰਾਗ ਵਿੱਚ, ਸਿਆਣੇ ਸੁਚੱਜੇ ਰਾਗੀ ਉਹ ਜਦੋਂ ਰਾਗ ਗਾਇਨ ਕਰਦੇ ਆ, ਰਾਗ ਦੇ ਵਿੱਚ ਆਲਾਪ ਲੈਂਦੇ ਆ। ਬੜਾ ਸੁੰਦਰ ਰਾਗ ਦੇ ਵਿੱਚ ਹੀ ਆਲਾਪ ਹੁੰਦਾ। ਕਹਿੰਦੇ ਮੈਂ ਪਰਮੇਸ਼ਰ ਦੇ ਗੁਣਾਂ ਨੂੰ ਆਲਾਪ ਕੇ ਰਾਗ ਦੇ ਵਿੱਚ ਗਾਇਨ ਕਰਾਂ, ਉਹਦੇ ਗੁਣਾਂ ਨੂੰ ਗਾਇਨ ਕਰਦਾ। ਹਾਂਜੀ। ਬਿਲਾਵਲ ਮਹੱਲਾ ਪੰਜਵਾ, ਜਿਸ ਤੇ ਉਪਜਿਆ ਤਿਸ ਹੈ ਪਛਾਨ। ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਰਾਗ ਬਿਲਾਵਲ ਚ ਫਰਮਾਉਂਦੇ, ਜਿਸ ਪ੍ਰਮਾਤਮਾ ਤੋਂ ਇਹ ਸਾਰਾ ਕੁਝ ਉਪਜਿਆ, ਐ ਬੰਦਿਆ, ਐ ਮਨੁੱਖਾ, ਐ ਜੀਵ, ਤੂੰ ਜਿਸ ਤੋਂ ਉਪਜਿਆ ਉਹਨੂੰ ਪਛਾਣ। ਜਿਸ ਮੂਲ ਤੋਂ ਤੂੰ ਪੈਦਾ ਹੋਇਆ, ਉਸ ਮੂਲ ਨੂੰ ਪਛਾਣ। ਤੂੰ ਉਤਪੰਨ ਕਿੱਥੋਂ ਹੋਇਆ, ਪੈਦਾ ਕਿੱਥੋਂ ਹੋਇਆ। ਜੇ ਤੂੰ ਕਹੇ ਕਿ ਤੇਰਾ ਇਹ ਸਰੀਰ ਪੈਦਾ ਹੋਇਆ, ਤਾਂ ਇਹ ਤਾਂ ਸਮਾਂ ਪਾ ਕੇ ਬਿਨਸ ਜਾਣਾ। ਹਾਂ, ਤੇਰੀ ਚੇਤਨਾ ਜਿਸ ਮੂਲ ਤੋਂ ਪੈਦਾ ਹੋਈ ਹੈ, ਔਰ ਤੇਰੇ ਇਸ ਸਰੀਰ ਦੇ ਬਿਨਸਣ ਤੋਂ ਬਾਅਦ ਵੀ ਰਹੇਗੀ, ਆਪਣੀ ਉਸ ਚੇਤਨਾ ਨੂੰ ਪਹਿਚਾਣ। ਜਿਸ ਤੋਂ ਉਪਜੀ ਹੈ ਉਹ ਚੇਤਨਾ, ਉਸ ਨੂੰ ਪਹਿਚਾਣ। ਕਿੱਥੋਂ ਉਪਜੇ ਕਹਿ ਰਹੇ, ਕਹਿ ਮਾਹੇ ਸਮਾਵੈ। ਕਿੱਥੋਂ ਪੈਦਾ ਹੋਇਆ, ਜਿੱਥੋਂ ਉਪਜਿਆ ਹੈ, ਤਿਸ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਤੋਂ ਤੂੰ ਪੈਦਾ ਹੋਇਆ, ਉਹਨੂੰ ਪਛਾਣ। ਪਾਰ ਬ੍ਰਹਮ ਪਰਮੇਸ਼ਰ ਧਿਆਇਆ,
ਕੁਸਲ ਖੇਮ ਹੋਏ ਕਲਿਆਣ। ਉਹ ਪਾਰ ਬ੍ਰਹਮ ਪਰਮੇਸ਼ਵਰ ਅਕਾਲ ਪੁਰਖ ਨੂੰ ਧਿਆ ਕੇ ਕਹਿੰਦੇ ਸਰਬ ਪ੍ਰਕਾਰ ਕਰਕੇ ਹਿਰਦੇ 'ਚ ਕੁਸ਼ਲਤਾ ਆ ਗਈ ਹੈ, ਸਰਬ ਪ੍ਰਕਾਰ ਕਰਕੇ ਹਿਰਦੇ ਦੇ ਵਿੱਚ ਆਨੰਦ ਆ ਗਿਆ ਹੈ, ਤੇ ਕਹਿੰਦੇ ਹੁਣ ਖੇਮ ਹੋ ਗਈ ਹੈ, ਕਲਿਆਣ ਹੋ ਗਈ ਹੈ ਜਿਸ ਵਾਹਿਗੁਰੂ ਪਰਮੇਸ਼ਰ ਨੂੰ ਹਿਰਦੇ 'ਚ ਧਿਆਇਆ। ਰਹਾਉ ਗੁਰਪੂਰਾ ਭੇਟਿਓ ਬੜ ਭਾਗੀ, ਅੰਤਰਜਾਮੀ ਸੁਗੜ ਸੁਜਾਨ। ਉਹ ਪਰਮੇਸ਼ਰ ਅੰਤਰਜਾਮੀ ਹੈ, ਸ੍ਰੇਸ਼ਟ ਘਾੜਤ ਘੜਦ ਵਾਲਾ, ਸਭਾ ਦੇ ਦਿਲਾਂ ਨੂੰ ਜਾਣਨੇ ਵਾਲਾ ਸੁਜਾਨ ਹੈ। ਉਸ ਪਾਰ ਬ੍ਰਹਮ ਪਰਮੇਸ਼ਰ ਨੇ ਸਾਡੇ ਤੇ ਤਰਸ ਕੀਤਾ, ਦਇਆ ਕੀਤੀ ਹੈ। ਉਸ ਦੀ ਦਇਆ ਨਾਲ ਸਾਨੂੰ ਪੂਰਾ ਗੁਰੂ ਵੱਡਿਆਂ ਭਾਗਾਂ ਕਰਕੇ ਪ੍ਰਾਪਤ ਹੋਇਆ। ਜਦੋਂ ਪਰਮੇਸ਼ਰ ਨੇ ਦਇਆ ਕੀਤੀ, ਅੰਤਰਜਾਮੀ ਵਾਹਿਗੁਰੂ ਨੇ ਸਾਡੇ ਤੇ ਤਰਸ ਕੀਤਾ, ਤਾਂ ਉਹਦੇ ਤਰਸ ਨਾਲ ਸਾਡੇ ਭਾਗ ਸਵੱਲੇ ਹੋਏ, ਤਾਂ ਉਹਨਾਂ ਵੱਡਿਆਂ ਭਾਗਾਂ ਦੀ ਬਦੌਲਤ ਪੂਰੇ ਗੁਰੂ ਨਾਲ ਮੇਲ ਪ੍ਰਾਪਤ ਹੋਇਆ। ਹਾਥ ਦੇ ਰਾਖੇ ਕਰ ਆਪਣੇ, ਬੜ ਸਮਰੱਥ ਨਿਮਾਣਿਆ ਕੋ ਮਹਾਨ। ਮੇਰਾ ਪ੍ਰਭੂ ਬੜਾ ਵੱਡਾ ਸਮਰੱਥ ਦੇਵ ਹੈ, ਜਿਸ ਨੇ ਸਾਨੂੰ ਆਪਣਾ ਹੱਥ ਦੇ ਕੇ ਰੱਖ ਲਿਆ। ਤੇ ਫਿਰ ਉਹ ਨਿਮਾਣਿਆਂ ਦਾ ਮਾਣ ਵੀ ਹੈ, ਜਿਨ੍ਹਾਂ ਦਾ ਕਿਤੇ ਮਾਣ ਨਹੀਂ, ਜਿਨ੍ਹਾਂ ਨੂੰ ਲੋਕ ਲਤਾੜੇ ਕਹਿੰਦੇ ਆ, ਜਿਨ੍ਹਾਂ ਨੂੰ ਲੋਕ ਨਿਮਾਣੇ ਕਹਿੰਦੇ ਆ, ਜਿਨ੍ਹਾਂ ਨੂੰ ਲੋਕ ਕਹਿੰਦੇ ਆ ਵੀ ਇਹ ਤਾਂ ਸਾਡੇ ਪੈਰਾਂ ਦੀਆਂ ਜੁੱਤੀਆਂ ਨੇ। ਮੇਰੇ ਮਾਲਕ ਨੇ ਜਦੋਂ ਉਹਨਾਂ ਤੇ ਤਰਸ ਕੀਤਾ ਤੇ ਆਖਿਆ, ਇਨ ਗਰੀਬ ਸਿੱਖਨ ਕੋ ਦੈਹੋਂ ਪਾਤਸ਼ਾਹੀ, ਯਾਦ ਕਰੈ ਹਮਰੀ ਗੁਰਿਆਈ। ਉਹ ਨਿਮਾਣਿਆਂ ਦਾ ਮਾਣ ਹੈ। ਹਰ ਜੀਓ ਨਿਮਾਣਿਆ ਤੂੰ ਮਾਣ। ਉਹ ਨਿਮਾਣਿਆਂ ਨੂੰ ਮਾਣ ਦੇ ਕੇ ਨਿਵਾਜਦਾ। ਜਦੋਂ ਗੁਰੂ ਨਾਨਕ ਸਾਹਿਬ ਦੀ ਜਨਮ ਸਾਖੀ ਪੜ੍ਹਦੇ ਆ ਨਾ, ਮੇਰੇ ਸਾਹਿਬ ਮਲਕ ਭਾਗੋ ਦੇ ਪੂੜੇ ਛਕਣ ਨਹੀਂ ਜਾਂਦੇ, ਪਤਾ ਉਹਦੇ ਚ ਪਾਪ ਹੈ, ਤੇ ਭਾਈ ਲਾਲੋ ਦੇ ਘਰ ਜਾ ਕੇ ਟਿਕਾਣਾ ਕਰਦੇ ਆ। ਜੇ ਮਤ ਦੇਣ ਜਾਂਦੇ ਆ ਤੇ ਵੱਡਿਆਂ ਵੱਡਿਆਂ ਰਾਜਿਆਂ ਬਾਦਸ਼ਾਹਾਂ ਨੂੰ ਮਤ ਦਿੰਦੇ ਆ, ਤੇ ਜੇ ਸਾਹਿਬ ਨੇ ਨਿਵਾਸ ਕਰਨਾ ਹੁੰਦਾ, ਮਾਣ ਦੇਣਾ ਹੁੰਦਾ, ਤਾਂ ਭਾਈ ਲਾਲੋ ਵਰਗੇ ਗਰੀਬ ਸਿੱਖਾਂ ਦੇ ਘਰ ਜਾ ਕੇ ਆਪਣਾ ਟਿਕਾਣਾ ਕਰਦੇ। ਮੇਰੇ ਸਾਹਿਬ ਨਿਮਾਣਿਆਂ ਦੇ ਮਾਣ ਨੇ। ਜਿਨ੍ਹਾਂ ਦਾ ਕਿਤੇ ਮਾਣ ਨਹੀਂ, ਉਹਨਾਂ ਦਾ ਮਾਣ ਸਤਿਗੁਰੂ ਜੀ ਬਣਾ ਦਿੰਦੇ ਆ। ਐਸੇ ਵੱਡੇ ਦਾਤੇ ਨੇ। ਇੱਥੇ ਕਹਿ ਰਹੇ ਨੇ ਕਿ ਮੇਰੇ ਸਾਹਿਬ ਜੀ ਨਿਮਾਣਿਆਂ ਕੋ ਮਾਨ, ਉਹ ਨਿਮਾਣਿਆਂ ਦਾ ਮਾਣ ਹਨ। ਹਾਥ ਦੇ ਰਾਖੇ ਕਰ ਆਪਣੇ, ਬੜ ਸਮਰੱਥ ਨਿਮਾਣਿਆਂ ਕੋ ਮਾਣ, ਉਹ ਨਿਮਾਣਿਆਂ ਦਾ ਮਾਣ ਹਨ। ਭ੍ਰਮ ਪੈ ਬਿਨਸ ਗਏ ਖਿਨ ਭੀਤਰ, ਅੰਧਕਾਰ ਪ੍ਰਗਟੇ ਚਾਨਣ। ਕਹਿੰਦੇ ਭਰਮ ਦੂਰ ਹੋ ਗਏ, ਭੈ ਬਿਨਸ ਗਏ ਇੱਕ ਖਿਨ ਵਿੱਚ। ਜਿੰਨਾ ਅੰਧਕਾਰ ਸੀ ਅੰਦਰ, ਅਗਿਆਨਤਾ ਦਾ ਹਨੇਰਾ ਸੀ, ਉਹ ਦੂਰ ਹੋ ਗਿਆ। ਪ੍ਰਗਟੇ ਚਾਨਣ, ਹਿਰਦੇ 'ਚ ਚਾਨਣਾ ਪ੍ਰਗਟ ਹੋ ਗਿਆ ਗਿਆਨ ਦਾ। ਜਾਂ ਏਦਾਂ ਕਹਿ ਸਕਦੇ ਹਾਂ, ਸਤਿਗੁਰਾਂ ਦੀ ਦਇਆ ਕਿਰਪਾ ਨਾਲ ਹਿਰਦੇ 'ਚ ਗਿਆਨ ਦਾ ਸੂਰਜ ਚੜ੍ਹ ਆਇਆ। ਜਿਸ ਗਿਆਨ ਦੇ ਸੂਰਜ ਦੇ ਚੜ੍ਹਦਿਆਂ ਜਿੰਨਾ ਭਰਮ ਤੇ ਭੈ ਦਾ ਡਰ ਹਨੇਰਾ ਸੀ, ਅੰਧਕਾਰ ਸੀ ਅਗਿਆਨਤਾ ਦਾ, ਉਹ ਅੰਧਕਾਰ ਇੱਕ ਖਿੰਨ ਵਿੱਚ ਦੂਰ ਹੋ ਗਿਆ। ਸਾਸ ਸਾਸ ਆਰਾਧੈ ਨਾਨਕ, ਸਦਾ ਸਦਾ ਜਾਈਐ ਕੁਰਬਾਨ। ਮੈਂ ਸਵਾਸ ਸਵਾਸ ਆਪਣੇ ਪ੍ਰਭੂ ਨੂੰ ਆਰਾਧਦਾ ਹਾਂ। ਮਹਾਰਾਜ ਜੀ ਕਹਿੰਦੇ ਮੈਂ ਕੁਰਬਾਨ ਜਾਵਾਂ, ਸਦਾ ਸਦਾ ਆਪਣੇ ਮਾਲਕ ਤੋਂ ਬਲਿਹਾਰ ਜਾਵਾਂ। ਬਿਲਾਵਲ ਮਹੱਲਾ ਪੰਜਵਾ। ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ, ਦੋਵੇਂ ਥਾਵ ਰੱਖੇ ਗੁਰ ਸੂਰੇ। ਮੇਰੇ ਸੂਰਮੇ ਗੁਰੂ ਨੇ ਮੈਨੂੰ ਲੋਕ ਪਰਲੋਕ ਦੋਹਾਂ ਜਹਾਨਾਂ 'ਚ ਰੱਖ ਲਿਆ। ਇਸ ਹਲਤ ਵਿੱਚ ਵੀ ਤੇ ਪਲਤ ਵਿੱਚ, ਦੋਹਾਂ ਜਹਾਨਾਂ ਵਿੱਚ ਮੇਰੇ ਪੂਰੇ ਗੁਰੂ ਸੂਰੇ ਗੁਰੂ ਨੇ ਰੱਖ ਲਿਆ। ਹਾਲਤ ਪਲਤ ਪਾਰ ਬ੍ਰਹਮ ਸਵਾਰੇ, ਕਾਰਜ ਹੋਏ ਸਗਲੇ ਪੂਰੇ। ਮਹਾਂਪੁਰਸ਼ ਏਦਾਂ ਵੀ ਅਰਥ ਕਰਦੇ ਆ, ਕਿਉਂਕਿ ਹਲਤ ਪਲਤ ਦੀ ਗੱਲ ਅਗਲੀ ਪੰਕਤੀ 'ਚ ਆ ਗਈ ਹੈ, ਤੇ ਪਹਿਲਾਂ ਵੀ ਦੋਵੇਂ ਥਾਮ ਦੀ ਗੱਲ ਆਈ ਹੈ।
ਫਿਰ ਰਿਪੀਟ ਹੋ ਗਈ ਗੱਲ। ਪਹਿਲਾਂ ਮਹਾਰਾਜ ਜੀ ਦੋਵੇਂ ਥਾਵਾਂ ਦਾ ਅਰਥ ਮਹਾਂਪੁਰਸ਼ ਏਦਾਂ ਵੀ ਕਰਦੇ ਆ ਕਿ ਵਾਹਿਗੁਰੂ ਨੇ ਦੋ ਥਾਵਾਂ ਤੋਂ, ਜਨਮ ਤੇ ਮਰਨ ਦੋਨਾਂ ਤੋਂ ਸਾਨੂੰ ਰੱਖ ਲਿਆ। ਦੋਵੇਂ ਥਾਂ, ਜਨਮ ਤੇ ਮਰਨ ਦੋਹਾਂ ਤੋਂ ਪੂਰੇ ਸੂਰੇ ਗੁਰੂ ਨੇ ਸਾਨੂੰ ਰੱਖ ਲਿਆ। ਫਿਰ ਹਾਲਤ ਪਲਤ ਭਾਰ ਬ੍ਰਹਮ ਸਵਾਰੇ, ਸਾਡਾ ਲੋਕ ਪਰਲੋਕ ਵੀ ਸਾਹਿਬ ਨੇ ਸਵਾਰ ਦਿੱਤਾ। ਸਾਡੇ ਜਿੰਨੇ ਕਾਰਜ ਸਨ ਮਨੁੱਖੀ ਜ਼ਿੰਦਗੀ ਨੂੰ ਸਫਲ ਕਰਨ ਦਾ ਕਾਰਜ, ਇਹ ਸਾਰੇ ਕਾਰਜ ਪੂਰੇ ਹੋ ਗਏ। ਕਹਾਓ ਹਰ ਹਰ ਨਾਮ ਜਪਤ ਸੁਖ ਸਹਜੇ, ਮੱਜਨ ਹੋਵਤ ਸਾਧੂ ਧੂਰੇ। ਹਰੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪ ਕੇ ਸਹਿਜੇ ਸੁਖ ਪ੍ਰਾਪਤ ਹੋ ਗਿਆ। ਸਾਧੂ ਜਨਾਂ ਦੀ ਸੰਗਤ ਦੇ ਵਿੱਚ ਆ ਕੇ ਤਿਨਾਂ ਦੇ ਚਰਨ ਧੂੜੀ ਵਿੱਚ ਸੁਤੇ ਸਿੱਧ ਹੀ ਹੁਣ ਸਾਡਾ ਇਸ਼ਨਾਨ ਹੁੰਦਾ ਹੈ। ਆਵਣ ਜਾਣ ਰਹੇ ਥਿਤ ਪਾਈ, ਜਨਮ ਮਰਨ ਕੇ ਮਿਟੇ ਵਿਸੂਰੇ। ਆਵਾ ਗੌਣ ਤੋਂ ਰਹਿ ਗਏ ਆ, ਮਾਲਕ ਨੇ ਸਾਨੂੰ ਹੱਥ ਦੇ ਕੇ ਰੱਖ ਲਿਆ। ਜਨਮ ਮਰਨ ਦੇ ਝੂਰੇ, ਵਿਸੂਰੇ ਦਾ ਮਤਲਬ ਝੋਰੇ, ਉਹ ਹੁਣ ਸਾਡੇ ਹਿਰਦੇ ਚੋਂ ਮਿਟ ਗਏ। ਭ੍ਰਮ ਭੈ ਤਰੇ ਛੁਟੇ ਪੈ ਜਮ ਕੇ, ਘਟ ਘਟ ਏਕ ਰਹਿਆ ਭਰ ਪੂਰੇ। ਜਿੰਨੇ ਭਰਮ ਭੈ ਡਰ ਸਨ ਦੂਰ ਹੋ ਗਏ, ਛੁੱਟ ਗਏ। ਅਸੀਂ ਵੇਖ ਲਿਆ ਕਿ ਉਹ ਮਾਲਕ ਅਕਾਲ ਪੁਰਖ ਪਰਮੇਸ਼ਰ ਘਟ ਘਟ ਵਿੱਚ ਵਸਦਾ ਹੈ। ਨਾਨਕ ਸਰਣ ਪਰਿਓ ਦੁਖ ਭੰਜਨ, ਅੰਤਰ ਬਾਹਰ ਪੇਖ ਹਜੂਰੇ। ਮਹਾਰਾਜ ਜੀ ਕਹਿੰਦੇ ਮੈਂ ਦੁੱਖਾਂ ਨੂੰ ਭੰਨਣ ਵਾਲੇ ਵਾਹਿਗੁਰੂ ਦੀ ਸ਼ਰਨ ਵਿੱਚ ਹਾਂ ਤੇ ਉਹਨੂੰ ਹੀ ਆਪਣੇ ਅੰਦਰ ਬਾਹਰ ਹਾਜ਼ਰਾਂ ਹਜੂਰ ਵੇਖਦਾ। ਜਹ ਜਹ ਪੇਖੋ ਤਹ ਹਜੂਰ, ਦੂਰ ਕਤਹੁ ਨਾ ਜਾਈ। ਰਬ ਰਹਿਆ ਸਰਬਤਰ ਮੈਂ, ਮਨ ਸਦਾ ਧਿਆਈ। ਹੈ ਮੇਰਿਆ ਮਨਾ, ਉਸ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਨੂੰ ਧਿਆ, ਜੋ ਅੰਦਰ ਬਾਹਰ ਸਰਬ ਥਾਵਾਂ ਤੇ ਇੱਕ ਰੂਪ ਹੋ ਕੇ ਵਿਆਪ ਰਿਹਾ। ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਇਹ ਗਾਵਿਆ ਸੁਣਿਆ ਸਾਹਿਬ ਜੀ ਥਾਏ ਪਾ ਲੈਣ। ਗੁਰੂ ਕੀ ਬਾਣੀ ਅਗਾਧ ਬੋਧ ਹੈ। ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਅਰਦਾਸ ਕਰਨੀ ਕਿ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਤੇ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।